ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਨਾਹੀ ਕਛ ਹਉ ਨਹੀਂ, ਕਿਛ ਆਹਿ ਨਾ ਮੋਰਾ। ਅਵਸਰ ਲੱਜਾ ਰਾਖ ਲੇਹ, ਸਧਨਾ ਜਨ ਤੋਰਾ। ਧਰਮਾਂ ਦੇ ਠਾਡੇ ਦਰਬਾਰ, ਤੁਝ ਬਿਨਾ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ। ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਿਲਾ ਚੌਥਾ। ਵਾਹਿਗੁਰੂ ਜੀ ਦੇਹ ਘੋੜੀ ਜੀ, ਜਿਤ ਹਰ ਪਾਇਆ ਰਾਮ। ਮਿਲ ਸਤਿਗੁਰ ਜੀ, ਮੰਗਲ ਗਾਇਆ ਰਾਮ। ਦੇ ਘੋੜੀ ਜੀ, ਜਿਤ ਹਰ ਪਾਇਆ ਰਾਮ। ਮਿਲ ਸਤਿਗੁਰ ਜੀ, ਮੰਗਲ ਗਾਇਆ ਰਾਮ। ਹਰ ਗਾਏ ਮੰਗਲ ਰਾਮ ਨਾਮਾ। ਹਰ ਸੇਵ ਸੇਵਕ ਸੇਵਕੀ। ਪ੍ਰਭ ਜਾਏ ਪਾਵੈ ਰੰਗ ਮਹਿਲੀ। ਹਰ ਰੰਗ ਮਾਣੈ ਰੰਗ ਕੀ। ਗੁਣ ਰਾਮ ਗਾਏ ਮਨ ਸੁਭਾਏ। ਹਰ ਗੁਰਮਤੀ ਮਨ ਧਿਆਇਆ। ਜਨ ਨਾਨਕ ਹਰ ਕਿਰਪਾ ਧਾਰੀ। ਦੇਹ ਘੋੜੀ ਚੜ੍ਹ ਹਰ ਪਾਇਆ। ਗੁਣ ਰਾਮ ਗਾਏ ਮਨ ਸੁਭਾਏ। ਹਰ ਗੁਰਮਤੀ ਮਨ ਧਿਆਇਆ। ਜਨ ਨਾਨਕ ਹਰ ਕਿਰਪਾ ਧਾਰੀ। ਦੇਹ ਘੋੜੀ ਚੜ੍ਹ ਹਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਮਹਾਰਾਜ ਜੀ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ। ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਆਪਣੇ ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ।
ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ। ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਦਰ ਖੁੱਲ੍ਹਿਆ ਤੇ ਰਹਿਮਤ ਕਰਦੇ ਹੋਏ ਦਾਤੇ ਨੇ ਸਾਨੂੰ ਦੱਸਿਆ ਨਾ ਕਿ ਸੰਸਾਰ ਦੇ ਵਿੱਚ ਜਿਹਦੇ ਵਿੱਚ ਤੁਸੀਂ ਜੀਵਨ ਯਾਪਨ ਕਰਦੇ ਪਏ ਹੋ, ਇਹਦੇ 'ਚ ਮਾਇਆ ਦਾ ਬੋਲਬਾਲਾ ਭਾਈ, ਤੇ ਮਾਇਆ ਦੇ ਪ੍ਰਭਾਵ ਦੇ ਵਿੱਚ ਰਹਿੰਦਿਆਂ ਹੋਇਆਂ ਤੁਸਾਂ ਨੇ ਪਰਮਾਤਮਾ ਤੱਕ ਪਹੁੰਚ ਕਰਨੀ ਹੈ। ਵਰਤਾਰਾ ਸਾਰਾ ਮਾਇਆ ਦਾ ਰਹਿਣਾ ਹੈ, ਪ੍ਰਾਪਤੀ ਤੁਸਾਂ ਨੇ ਪਰਮਾਤਮਾ ਦੀ ਕਰਨੀ ਹੈ। ਔਰ ਮਾਇਆ ਨੂੰ ਤਿਆਗ ਕੇ ਤੁਸੀਂ ਜੰਗਲਾਂ 'ਚ ਵੀ ਨਹੀਂ ਜਾਣਾ। ਇਸੇ ਕਰਕੇ ਇਹਦੇ ਵਿੱਚ ਵਰਤਣਾ ਹੈ, ਤੇ ਇਹਦੇ 'ਚ ਵਰਤਨ ਦੀ ਜੁਗਤ ਹੈ ਉਹ ਨਾਮ ਦੇ ਸਦਕੇ ਹੈ। ਕਿਉਂਕਿ ਕਿਸੇ ਵੀ ਖੇਡ ਦੇ ਵਿੱਚ, ਕਿਸੇ ਵੀ ਜੀਵਨ ਦੇ ਮੈਦਾਨ ਵਿੱਚ ਵਰਤਣ ਵਾਸਤੇ ਦੋ ਚੀਜ਼ਾਂ ਬੜੀਆਂ ਲੋੜੀਂਦੀਆਂ ਨੇ। ਇੱਕ ਹੁੰਦੀ ਉਸ ਦੀ ਜਾਣਕਾਰੀ, ਜਿਸ ਮੈਦਾਨ 'ਚ ਖੇਡ ਰਹੇ ਹੋ, ਜੋ ਵੀ ਖੇਡ ਖੇਡਦੇ ਪਏ ਹੋ, ਉਸ ਖੇਡ ਦੀ ਤੁਹਾਨੂੰ ਪੂਰੀ ਜਾਣਕਾਰੀ, ਹਕੀਕੀ ਤਕਨੀਕੀ ਜਾਣਕਾਰੀ ਹੋਵੇ। ਤੇ ਦੂਜਾ ਭਾਈ ਤੁਹਾਡੇ ਕੋਲ ਬਲ ਹੋਵੇ। ਜੇ ਬਲ ਹੋਏਗਾ ਤੇ ਜਾਣਕਾਰੀ ਨੂੰ, ਤਕਨੀਕ ਨੂੰ ਵਰਤ ਪਾਓਗੇ। ਜੇ ਬਲ ਨਹੀਂ ਹੋਏਗਾ ਤੇ ਜਾਣਕਾਰੀ ਨਾਲ ਵੀ ਕੁਝ ਨਹੀਂ ਬਣਨਾ। ਇਸੇ ਤਰ੍ਹਾਂ ਜੀਵਨ ਜਿਉਣ ਵਾਲਿਆਂ ਨੂੰ ਵੀ ਸਾਨੂੰ ਗਿਆਨ ਚਾਹੀਦਾ ਹੈ ਤੇ ਬਲ ਵੀ ਚਾਹੀਦਾ ਹੈ। ਗਿਆਨ ਕਰਕੇ ਪਤਾ ਹੁੰਦਾ ਕੀ ਕਰਨਾ ਹੈ, ਕੀ ਨਹੀਂ ਕਰਨਾ, ਕੀ ਤਿਆਗਣਾ ਹੈ, ਕੀ ਗ੍ਰਹਿਣ ਕਰਨਾ ਹੈ। ਪਰ ਇਹ ਸਾਰਾ ਕੁਝ ਕਰਨ ਵਾਸਤੇ ਬਲ ਚਾਹੀਦਾ ਤੇ ਬਲ ਮਿਲਦਾ ਹੈ ਨਾਮ ਤੋਂ। ਇਸੇ ਕਰਕੇ ਜੇ ਇਸ ਵਿਸ਼ਾਲ ਪਾਵਨ ਬਚਨ ਨੂੰ ਗਹਿਰਾਈ ਨਾਲ ਪੜ੍ਹਾਂ ਵਿਚਾਰਾਂਗੇ ਤੇ ਪਹਿਲੇ ਸ਼ਲੋਕ 'ਚ ਮਾਇਆ ਦਾ ਦਰਸ਼ਨ ਹੈ, ਜਿਹਦੇ ਤੋਂ ਅਸਾਂ ਨੇ ਗਿਆਨ ਕਰਕੇ ਬਚਣਾ ਹੈ। ਕਿਉਂਕਿ ਮਾਇਆ ਬਲ ਕਰਕੇ ਨਹੀਂ, ਮਾਇਆ ਨੂੰ ਸਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਮਾਇਆ ਵਰਤਦੀ ਹੈ, ਕੀ ਸਰੂਪ ਹੈ, ਕਿੱਥੇ ਕਿੱਥੇ ਮਾਇਆ ਦਾ ਕਿਸ ਕਿਸ ਸਰੂਪ 'ਚ ਪ੍ਰਭਾਵ ਹੈ। ਸੰਪੂਰਨ ਗਿਆਨ ਤੇ ਭਾਈ ਤੋਂ ਬਚਾਅ ਦਾ ਫਿਰ ਅਗਲਾ ਬਲ ਹੈ ਉਹ ਨਾਮ। ਨਹੀਂ ਤਾਂ ਬਿਨ ਨਾਵੇਂ ਜਗ ਕਮਲਾ ਫਿਰੈ, ਨਹੀਂ ਤਾਂ ਦੁਨੀਆ ਤੁਰੀ ਤੇ ਫਿਰਦੀ ਹੈ। ਔਰ ਇਹੀ ਗੱਲਾਂ ਅਸਾਂ ਨੇ ਸਮਝਣੀਆਂ ਨੇ। ਪਰ ਇਹਨਾਂ ਗੱਲਾਂ ਤੱਕ, ਇਹਨਾਂ ਅਵਸਥਾਵਾਂ ਤੱਕ ਪਹੁੰਚਣ ਵਾਸਤੇ ਸਾਡੇ ਕੋਲ ਜੋ ਜੁਗਤ ਹੈ ਉਹ ਸ਼ਬਦ ਦਾ ਗਿਆਨ ਹੈ, ਸ਼ਬਦ ਵਿਚਾਰ ਹੈ। ਜਦੋਂ ਅਸੀਂ ਸ਼ਬਦ ਦਾ ਪਾਠ ਕਰਦੇ ਹਾਂ ਜਾਂ ਪਾਠ ਸੁਣਦੇ ਹਾਂ, ਉਦੋਂ ਵੀ ਸਾਨੂੰ ਇੱਕ ਵਿਚਾਰ ਪ੍ਰਾਪਤ ਹੁੰਦਾ ਰਹਿੰਦਾ ਹੈ। ਚੇਤਾ ਰੱਖਣਾ, ਬਾਣੀ ਦੇ ਪਾਠ ਵਿੱਚ ਭਾਵੇਂ ਕੀਰਤਨ ਕਰਕੇ ਸੁਣ ਰਹੇ ਹਾਂ, ਭਾਵੇਂ ਨਿਤਨੇਮ ਕਰਕੇ ਪਾਠ ਕਰ ਰਹੇ ਹੋ, ਭਾਵੇਂ ਉਂਝ ਬੈਠੇ ਸਹਿਜ ਪਾਠ ਕਰਦੇ ਹੋ ਜਾਂ ਕੋਈ ਸ਼ਬਦ ਪੜ੍ਹਦੇ ਹੋ, ਵਿਚਾਰ ਬਾਣੀ 'ਚੋਂ ਹਮੇਸ਼ਾ ਪ੍ਰਾਪਤ ਹੁੰਦੇ ਨੇ। ਪਰ ਕਿਉਂਕਿ ਅਸੀਂ ਉਸ ਵਿਚਾਰ ਨੂੰ ਪਕੜ ਨਹੀਂ ਪਾ ਰਹੇ ਹੁੰਦੇ, ਇਸ ਕਰਕੇ ਵਿਚਾਰ ਆਉਂਦੇ ਨੇ ਲੰਘ ਜਾਂਦੇ ਨੇ, ਆਉਂਦੇ ਨੇ ਲੰਘ ਜਾਂਦੇ ਨੇ। ਅਸੀਂ ਉਹਨਾਂ ਤੋਂ ਲਾਹਾ ਪ੍ਰਾਪਤ ਨਹੀਂ ਕਰ ਪਾ ਰਹੇ। ਸ਼ਾਂਤ ਚਿੱਤ ਹੋ ਕੇ ਜਦੋਂ ਅਸੀਂ ਕਿਤੇ ਵੀ ਕੋਈ ਵੀ ਬਚਨ ਮਹਾਰਾਜ ਦਾ ਪੜ੍ਹਾਂਗੇ ਤੇ ਮਹਾਰਾਜ ਦਾ ਬਚਨ ਪੜ੍ਹਦਿਆਂ ਹੀ ਸਾਡੇ ਅੰਦਰ ਇੱਕ ਖਿਆਲ, ਇੱਕ ਗੱਲ ਪੈਦਾ ਹੋਏਗੀ, ਮਹਾਰਾਜ ਕੀ ਕਹਿ ਰਹੇ ਨੇ। ਉਹ ਸੂਖਸ਼ਮ ਜਿਹਾ ਵਿਚਾਰ ਹੈ। ਬਚਨ ਪੜ੍ਹਿਆ, ਮਹਾਰਾਜ ਨੇ ਕੁਛ ਤੇ ਕਿਹਾ ਨਾ ਸਾਨੂੰ, ਤੇ ਉਹ ਜੋ ਕਹਿਆ ਉਹਦੀ ਅਨੁਭਵ ਦੀ ਸ਼ਕਤੀ ਜਿਹੜੀ ਹੈ, ਅਨੁਭਵ ਦੀ ਪ੍ਰਾਪਤੀ ਜਿਹੜੀ ਹੈ, ਉਹ ਆਪੋ ਆਪਣੀ ਹੈ। ਉਸੇ ਸ਼ਬਦ ਨੂੰ ਬਾਲਕ ਪੜ੍ਹਦਾ ਹੈ ਤੇ ਉਹਦਾ ਆਪਣਾ ਢੰਗ ਨਾਲ ਵਿਚਾਰ ਕਰੇਗਾ। ਅੱਖਰੀ ਅਰਥ ਨਹੀਂ ਬਦਲਨੇ। ਮਤ ਖਿਆਲ ਕਰਨਾ ਕਿ ਕਿਸੇ ਸ਼ਬਦ ਦਾ ਅਸੀਂ ਅੱਖਰੀ ਅਰਥ ਬਦਲ ਪਾਵਾਂਗੇ। ਕੋਈ ਸਾਹਿਤਕ ਮੰਡਲ ਹੈ ਭਾਈ, ਉਹ ਨਹੀਂ ਬਦਲਣਾ। ਪਰ ਵਿਚਾਰ ਬਾਲਕ ਨੇ ਅਲੱਗ ਤਰੀਕੇ ਨਾਲ ਪਕੜਨਾ ਹੈ, ਕਿਸੇ ਜਵਾਨ ਨੇ ਅਲੱਗ ਤਰੀਕੇ ਨਾਲ ਪਕੜਨਾ ਹੈ, ਕਿਸੇ ਬਜ਼ੁਰਗ ਨੇ ਅਲੱਗ ਤਰੀਕੇ ਨਾਲ ਪਕੜਨਾ ਹੈ।
ਉੱਥੋਂ ਇੱਕ ਧੁਨ ਪ੍ਰਾਪਤ ਹੁੰਦੀ ਹੈ, ਉਹਦੇ ਸਦਕੇ ਆਪਣੇ ਆਪਣੇ ਅਸਾਂ ਨੇ ਪ੍ਰਾਪਤੀਆਂ ਦੇ ਮੁਤਾਬਕ ਵਿਚਾਰ ਗ੍ਰਹਿਣ ਕਰਨੇ ਨੇ, ਪਕੜਨੇ ਨੇ, ਅੱਗੇ ਚੱਲਣਾ ਹੈ। ਔਰ ਇਹ ਸਾਰਾ ਕੁਝ ਸਾਨੂੰ ਸਰੀਰਕ ਅਵਸਥਾਵਾਂ ਦੀ ਚੇਤਨਤਾ ਦੇ ਨਾਲ ਮਿਲਣਾ। ਇਸੇ ਕਰਕੇ ਮਹਾਰਾਜ ਨੇ ਹਰ ਰੂਪਕ ਨੂੰ, ਹਰ ਰੰਗ ਨੂੰ, ਸਾਹਿਤਕ ਮੰਡਲਾਂ ਦੀ ਅਤੇ ਪਰਿਵਾਰਕ ਵੰਨਗੀਆਂ ਦੀ ਹਰ ਵੰਨਗੀ ਨੂੰ ਪਾਵਨ ਬਾਣੀ ਦੇ ਵਿੱਚ ਦਰਜ ਕੀਤਾ, ਸਾਨੂੰ ਦਿੱਤਾ, ਤਾਂ ਕਿ ਅਸੀਂ ਜਿਸ ਨੂੰ ਵੀ ਪਕੜ ਸਕੀਏ, ਸਮਝ ਸਕੀਏ। ਕਿਉਂਕਿ ਸਾਡੇ ਸਾਰੇ ਦੀ ਮਨੋਬਿਰਤੀਆਂ ਅਲੱਗ-ਅਲੱਗ ਨੇ। ਜ਼ਰੂਰੀ ਨਹੀਂ ਕਿ ਸਾਨੂੰ ਇੱਕ ਗੱਲ ਸਾਰਿਆਂ ਨੂੰ ਸਮਝ ਆ ਜਾਏਗੀ, ਐਸਾ ਕਦੇ ਨਾ ਹੋਇਆ, ਨਾ ਹੋਣਾ। ਹੋ ਸਕਦਾ ਹੈ ਕਿਸੇ ਸ਼ਬਦ ਦੀ ਕੋਈ ਵਿਚਾਰ ਇੱਕ ਨੂੰ ਸਮਝ ਆ ਜਾਏਗੀ, ਦੂਜੇ ਦੀ ਦੂਜੇ ਨੂੰ ਆ ਜਾਏਗੀ। ਇਸੇ ਤਰ੍ਹਾਂ ਹੌਲੀ ਹੌਲੀ, ਇਸੇ ਕਰਕੇ ਰੋਜ਼ ਇਸੇ ਬਿਨਾਂ ਕਿਸੇ ਵਿਤਕਰੇ ਅਤੇ ਬਿਨਾਂ ਕਿਸੇ ਭਾਵ ਤੋਂ ਅਸੀਂ ਬਾਣੀ ਪੜ੍ਹਦੇ ਹਾਂ ਵੀ ਕੋਈ ਕਿਸੇ ਨੂੰ ਸਾਨੂੰ ਕਦੋਂ ਕਿਹੜਾ ਸ਼ਬਦ ਅਪੀਲ ਕਰ ਜਾਏਗਾ, ਕਦੋਂ ਉਹਦਾ ਪ੍ਰਭਾਵ ਸਾਡੇ ਹਿਰਦੇ 'ਚ ਪੈ ਜਾਏਗਾ, ਸਾਨੂੰ ਇਹਦਾ ਪਤਾ ਨਹੀਂ ਹੁੰਦਾ। ਪਰ ਇੱਕ ਗੱਲ ਸਭ ਨੂੰ ਪਤਾ ਹੈ ਕਿ ਅਸੀਂ ਇੱਥੋਂ ਪ੍ਰਾਪਤ ਕੁਛ ਨਾ ਕੁਛ ਜ਼ਰੂਰ ਕਰਦੇ ਹਾਂ। ਮਹਾਰਾਜ ਨੇ ਜੋ ਸਾਨੂੰ ਦੋ ਸ਼ਬਦ ਦਿੱਤੇ ਨੇ, ਜੋ ਪਿਛਲੇ ਦਿਨਾਂ ਤੋਂ ਆਪਾਂ ਵਾਚ ਰਹੇ ਹਾਂ, ਇੱਕ ਰੂਪਕ ਹੈ ਜਿਹਨੂੰ ਅਲੰਕਾਰ ਵੀ ਕਹਿੰਦੇ ਨੇ। ਕਿਸੇ ਆਪਣੇ ਆਪ ਨੂੰ ਕਿਸ ਅਲੰਕਾਰ ਦੇ ਮੁਤਾਬਕ ਸਮਝੀਏ ਤੇ ਮਹਾਰਾਜ ਕਹਿੰਦੇ ਕਿ ਫਿਰ ਇੱਦਾਂ ਸਮਝ ਲਓ ਜਿਵੇਂ ਸਫ਼ਰ ਕਰਨ ਵਾਸਤੇ ਤੁਸੀਂ ਆਪਣੇ ਆਪਣੇ ਵਾਹਨ ਤਿਆਰ ਕਰਦੇ ਹੋ। ਅੱਜ ਕੱਲ੍ਹ ਤੁਸੀਂ ਵਾਹੀਕਲ ਕਹਿ ਦਿੰਦੇ ਹੋ। ਪੁਰਾਣੇ ਜ਼ਮਾਨੇ ਦੇ ਲੋਕ ਆਪਣੇ ਘੋੜੀਆਂ ਤਿਆਰ ਕਰਦੇ ਸਨ। ਕਿਸੇ ਸਫ਼ਰ 'ਤੇ ਜਾਣਾ ਹੈ ਅਤੇ ਭਾਈ ਆਪਣੀ ਘੋੜੀ ਤਿਆਰ ਕਰੋ। ਹੁਣ ਉਹ ਘੋੜੀਆਂ ਦਾ ਰੂਪ ਜੋ ਦਿੱਤਾ ਹੈ, ਅਸੀਂ ਇਸ ਨੂੰ ਕੇਵਲ ਇੱਕ ਐਂਗੀ ਸਮਝ ਬੈਠੇ ਕਿ ਇਹ ਸ਼ਾਇਦ ਵਿਆਹ ਦੇ ਸਮੇਂ 'ਤੇ ਗਾਏ ਜਾਣ ਵਾਲੇ ਗੀਤਾਂ ਦਾ ਹੀ ਰੂਪਕ ਹੈ। ਨਹੀਂ ਭਾਈ, ਵਿਆਹ ਦੇ ਸਮੇਂ 'ਤੇ ਗਾਏ ਜਾਂਦੀਆਂ ਘੋੜੀਆਂ ਦਾ ਵੀ ਮੁੱਖ ਮਕਸਦ ਇਹੀ ਹੈ ਕਿ ਭਾਈ ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀਵਿਆ ਜਾਏ। ਉਹਦੇ ਵਿੱਚ ਵੀ ਸਿੱਖਿਆਵਾਂ ਨੇ, ਤਜਰਬੇ ਨੇ, ਕੁਝ ਮਜ਼ਾਕ ਵੀ ਹੋਏਗੀ, ਕੁਝ ਆਸਾਵਾਂ ਅਤੇ ਉਮੀਦਾਂ ਵੀ ਹੋਣਗੀਆਂ ਮਾਪਿਆਂ ਦੀਆਂ। ਇਸੇ ਤਰ੍ਹਾਂ ਸਾਡੇ ਸਾਰਿਆਂ ਤੋਂ ਕੁਝ ਉਮੀਦਾਂ ਹੁੰਦੀਆਂ ਨੇ, ਕੁਝ ਆਸਾਵਾਂ ਹੁੰਦੀਆਂ ਨੇ, ਪਰ ਅਸਾਂ ਨੇ ਸਾਰਿਆਂ ਦੀ ਉਮੀਦਾਂ 'ਤੇ, ਆਸਾਂ 'ਤੇ ਜਿੱਥੋਂ ਤੱਕ ਹੋ ਸਕੇ ਖਰੇ ਉਤਰਨਾ ਹੈ। ਪਰ ਚੇਤਾ ਰੱਖਣਾ, ਗਿਆਨ ਗੁਰੂ ਦਾ ਵਰਤਣਾ। ਇਹੀ ਗੱਲ ਸਮਝਦੇ ਹਾਂ। ਕੱਲ੍ਹ ਅਸੀਂ ਵਾਚ ਰਹੇ ਸਾਂ ਇਸੇ ਪੌੜੀਆਂ 'ਚ, ਕਿਉਂਕਿ ਅੱਜ ਇਸ ਪ੍ਰਕਰਣ ਦਾ ਇੱਕ ਸੰਪੂਰਨਤਾ ਦਾ ਇਹ ਪੌੜੀ ਹੈ। ਘੋੜੀਆਂ ਦਾ ਜੋ ਪ੍ਰਕਰਣ ਪਿਛਲੇ ਦਿਨਾਂ ਚੱਲਿਆ ਸੀ, ਦੋ ਸ਼ਬਦ, ਅੱਜ ਉਹਦੀ ਸੰਪੂਰਨਤਾ ਵੀ ਹੈ। ਕੱਲ੍ਹ ਮਹਾਰਾਜ ਸਾਨੂੰ ਦੱਸ ਰਹੇ ਸਨ ਕਿ ਭਾਈ ਨਾਨਕ ਜਨ ਹਰਦਾਸ ਕਹਿਤ ਹੈ ਵਡ ਭਾਗੀ ਹਰ ਹਰ ਧਿਆਇਆ। ਮਹਾਰਾਜ ਆਪਣਾ ਨਾਂ ਲਾ ਕੇ ਕਹਿੰਦੇ ਭਾਈ ਤੁਹਾਨੂੰ ਇੱਕ ਬੇਨਤੀ ਕਰਕੇ ਦੱਸਾਂ, ਉਹ ਵੱਡੇ ਭਾਗਾਂ ਵਾਲੇ ਲੋਕ ਨੇ ਜਿਹੜੇ ਸਰੀਰ ਪ੍ਰਾਪਤ ਕਰਦੇ ਨੇ ਅਤੇ ਪ੍ਰਮਾਤਮਾ ਦਾ ਸਿਮਰਨ ਵੀ ਕਰ ਲੈਂਦੇ ਨੇ। ਨਹੀਂ ਤਾਂ ਸਰੀਰ ਪ੍ਰਾਪਤ ਕਰਨਾ ਇੱਕ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਪਰ ਸਰੀਰ ਪ੍ਰਾਪਤ ਕਰਕੇ ਤੁਸੀਂ ਖਟਿਆ ਕੀ ਹੈ, ਜਿਹਨੂੰ ਅਸੀਂ ਰੋਜ਼ ਨਿਤਨੇਮ ਹੀ ਪੜ੍ਹਦੇ ਹੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਜੇ ਸਾਨੂੰ ਕੋਈ ਗਿਆਨੀ ਮਿਲ ਜਾਏ, ਜਿਹੜੇ ਉਮਰ ਦਰਾਜ਼ ਵਿਅਕਤੀ ਨੇ, 50 ਸਾਲ ਦੀ ਅਵਸਥਾ ਜਿਨ੍ਹਾਂ ਗੁਜ਼ਾਰ ਬੈਠੇ ਨੇ, ਉਹਨਾਂ ਨੂੰ ਕਿਤੇ ਐਕਚੁਅਲੀ ਗਿਆਨੀ ਮਿਲ ਗਿਆ ਅਤੇ ਗਿਆਨੀ ਪੁੱਛੇਗਾ ਦੱਸੋ ਕਿ ਤੁਸੀਂ 50 ਸਾਲ ਦੀ ਅਵਸਥਾ ਗੁਜ਼ਾਰ ਬੈਠੇ ਹੋ, ਚਲੋ 10 ਸਾਲ ਬਚਪਨ ਦੇ, 15 ਸਾਲ ਬਚਪਨ ਕੱਢ ਦਿਓ, ਤੁਸੀਂ ਪਹਿਲੇ 20 ਸਾਲ ਕੱਢ ਦਿਓ, ਹੁਣ ਤੁਹਾਨੂੰ 30 ਸਾਲ ਹੋ ਗਏ ਨੇ ਸੰਸਾਰ 'ਚ ਆਪਣੇ ਕਾਰ ਵਿਹਾਰ 'ਤੇ, ਆਪਣੇ ਪਰਿਵਾਰ ਦੀ ਜ਼ਿੰਮੇਦਾਰੀਆਂ 'ਤੇ, ਤੁਸੀਂ ਕੀ ਖੱਟਿਆ ਹੈ, ਤੁਹਾਡੇ ਕੋਲ ਕੀ ਹੈ। ਤਾਂ ਅਸੀਂ ਦੱਸਾਂਗੇ ਦੇਖੋ ਜੀ ਮੈਂ ਇੰਨੇ ਪੈਸੇ ਕਮਾਏ, ਮੈਂ ਇੰਨਾ ਕੁਝ ਕੀਤਾ, ਮੈਂ ਇੰਨਿਆਂ ਦਾ ਪਰਿਵਾਰ ਟੱਬਰ ਪਾਲਿਆ, ਮਾਪਿਆਂ ਨੂੰ ਆਹ ਲੈ ਕੇ ਦਿੱਤਾ, ਪੁੱਤਰਾਂ ਧੀਆਂ ਨੂੰ ਆਹ ਲੈ ਕੇ ਦਿੱਤਾ। ਅਸੀਂ ਇਹੋ ਜਿਹੀਆਂ ਲਿਸਟਾਂ ਬਣਾ ਕੇ ਉਹਦੇ ਅੱਗੇ ਧਰ ਦਿਆਂਗੇ। ਉਹ ਕਹੇਗਾ ਠੀਕ ਹੈ ਠੀਕ ਹੈ, ਤੇਰੇ ਕੋਲ ਕੀ, ਤੂੰ ਕੀ ਖੱਟਿਆ। ਅਤੇ ਜਦੋਂ ਤੀਜੀ ਕੋਈ ਸਵਾਲ, ਤੀਜੀ ਕੋਈ ਲੇਅਰ ਸਾਡੀ ਆਏਗੀ ਨਾ, ਤੇਰੇ ਕੋਲ ਕੀ ਹੈ, ਤੂੰ ਆਪਣੇ ਲਈ ਕੀ ਕਮਾਇਆ, ਅਤੇ ਕਦੇ ਠਹਿਰ ਕੇ ਦੇਖਣਾ ਆਪਣੇ ਲਈ ਕੀ ਕਮਾਇਆ ਜੀ। ਜੋ ਧਨ ਸੰਪੱਤੀ ਕਮਾਈ ਅਤੇ ਪਰਿਵਾਰ ਦੇ ਜੀ, ਧਨ ਲੋਕਾਂ, ਇਹ ਬੜਾ ਪਿਆਰਾ ਬਚਨ ਨਿੱਕੀ ਜਿਹੀ ਤੁਕ ਹੈ ਪਾਵਨ ਬਾਣੀ 'ਚ, ਧਨ ਲੋਕਾਂ। ਜਿਤਨਾ ਵੀ ਧਨ ਕਮਾਇਆ ਜਾਂਦਾ ਤਾਂ ਦੂਜਿਆਂ ਲਈ ਹੁੰਦਾ ਹੈ। ਧਨ ਲੋਕਾਂ ਧਨ ਭਸਮੈ ਢੇਰੀ। ਜਿਤਨਾ ਮਰਜ਼ੀ ਸਰੀਰ ਸੁੰਦਰ ਪਾਲ ਕੇ ਜਵਾਨ ਮੋਟਾ ਤਕੜਾ ਕਰ ਲਓ, ਆਖਿਰ ਖਾ ਕੇ ਮਿੱਟੀ 'ਚ ਢੇਰੀ ਬਣਨਾ। ਅਤੇ ਜਦੋਂ ਇੱਕ ਦਿਨ ਆਉਣਾ ਹੈ, ਤੁਹਾਡਾ ਸਰੀਰ ਵੀ ਤੁਹਾਡੇ ਕੋਲ ਨਹੀਂ ਹੋਣਾ,
ਤੁਹਾਡੇ ਕੋਲ ਤੁਹਾਡਾ ਧਨ ਵੀ ਨਹੀਂ ਹੋਣਾ, ਤੁਹਾਡੇ ਕੋਲ ਤੁਹਾਡਾ ਪਰਿਵਾਰ ਵੀ, ਤਾਂ ਤੁਹਾਡੇ ਕੋਲ ਕੀ ਹੋਏਗਾ ਉਦੋਂ? ਕਦੇ ਕਲਪਨਾ ਕਰਨਾ ਉਦੋਂ ਸਾਡੇ ਕੋਲ ਕੀ ਹੋਏਗਾ ਜਿਸ ਦਿਨ ਸਰੀਰ ਨੂੰ ਸਾਡੇ ਹੀ ਧੀਆਂ ਪੁੱਤਰ ਅੱਗ ਵਿੱਚ ਰੱਖ ਕੇ ਸਾੜ ਆਉਣਗੇ। ਪਾਣੀ 'ਚ ਪਾਣੀ ਮਿਲ ਜਾਏਗਾ, ਮਿੱਟੀ 'ਚ ਮਿੱਟੀ ਮਿਲ ਗਈ, ਹਵਾ, ਸਾਰੇ ਪੰਜੇ ਤੱਤ ਆਪੋ ਆਪਣੇ ਵਾਪਸ ਹੋ ਗਏ। ਉਸ ਦਿਨ ਸਾਡੇ ਪੱਲੇ ਕੀ ਹੋਏਗਾ? ਕਿਉਂਕਿ ਅਸੀਂ ਤਾਂ ਉਦੋਂ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ 'ਚ ਹੋਵਾਂਗੇ ਨਾ, ਅਤੇ ਅਸੀਂ ਤਾਂ ਉਦੋਂ ਵੀ ਹੋਣਾ ਹੈ। ਉਦੋਂ ਸਾਡੇ ਪੱਲੇ ਕੀ ਹੋਏਗਾ? ਅਤੇ ਉਦੋਂ ਜੋ ਕੰਮ ਅਸੀਂ ਜੋ ਕਰ ਰਹੇ ਹੋਵਾਂਗੇ ਉਦੋਂ ਕੀ ਕਰ ਪਾਵਾਂਗੇ? ਕਿਤੇ ਇਸ ਗੱਲ ਨੂੰ ਸਮਝ ਕੇ ਸੋਚ ਕੇ ਵਿਚਾਰ ਕਰਨਾ। ਇਹਨਾਂ ਗੱਲਾਂ ਦਾ ਹੀ ਮਹਾਰਾਜ ਨੇ ਅਲੱਗ-ਅਲੱਗ ਰੰਗਾਂ 'ਚ, ਅਲੱਗ-ਅਲੱਗ ਰੂਪਾਂ 'ਚ, ਅਲੱਗ-ਅਲੱਗ ਵੰਨਗੀਆਂ 'ਚ, ਰੂਪਕਾਂ 'ਚ, ਅਲੰਕਾਰਾਂ 'ਚ ਸਾਨੂੰ ਸਮਝਾਇਆ ਕਿ ਭਾਈ ਇਸ ਸੰਸਾਰ ਦੇ ਸਾਰੇ ਸੰਬੰਧ, ਸਾਰੀਆਂ ਜ਼ਰੂਰਤਾਂ ਉਦੋਂ ਤੱਕ ਚੰਗੀਆਂ ਨੇ ਜਦ ਤੱਕ ਸਰੀਰ ਹੈ, ਪਰ ਆਪਣੇ ਬਾਰੇ ਵਿੱਚ ਕਦੇ ਚਿੰਤਾ ਕਰ ਲਿਆ ਕਰੋ। ਸਾਰਾ ਦਿਨ ਲੋਕਾਂ ਦੇ ਬਾਰੇ ਚਿੰਤਾ ਕਰਦੇ ਰਹਿੰਦੇ ਹੋ, ਦੂਜਿਆਂ ਦੇ ਬਾਰੇ ਗੱਲਾਂ ਕਰਦੇ ਰਹਿੰਦੇ ਹੋ, ਕਦੇ ਆਪਣੀਆਂ ਗੱਲਾਂ ਵੀ ਕਰ ਲਿਆ ਕਰੋ। ਦਾਰਸ਼ਨਿਕ ਲੋਕ ਕਹਿੰਦੇ ਨੇ ਕਿ ਦੂਜਿਆਂ 'ਤੇ ਧਿਆਨ ਤੁਹਾਡਾ ਬਹੁਤ ਹੈ, ਦੂਜਿਆਂ ਦੇ ਬਾਰੇ ਤੁਹਾਨੂੰ ਗਿਆਨ ਵੀ ਬਹੁਤ ਹੈ, ਪਰ ਕੀ ਤੁਹਾਨੂੰ ਆਪਣੇ ਬਾਰੇ ਵੀ ਗਿਆਨ ਹੈ? ਇਹੀ ਤੇ ਸਤਿਗੁਰੂ ਕਹਿੰਦੇ ਵੱਡੇ ਭਾਗਾਂ ਕਰਕੇ ਸਰੀਰ ਤੇ ਮਿਲ ਗਿਆ, ਪਰ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੇ ਸਰੀਰ ਦੀ ਪ੍ਰਾਪਤੀ ਕਰਕੇ ਰੱਬ ਦਾ ਚਿੰਤਨ, ਰੱਬ ਦਾ ਸਿਮਰਨ ਵੀ ਕਰ ਲਿਆ। ਅੱਜ ਇਹੀ ਗੱਲ ਕਹਿੰਦੇ, ਦੇਹ ਘੋੜੀ ਜੀ। ਰੂਪਕ ਅਲੰਕਾਰ ਉਲੀਕਿਆ ਸੀ, ਸਰੀਰ ਨੂੰ ਕਿਸ ਤਰ੍ਹਾਂ ਦੇਖੀਏ? ਕਹਿਣ ਲੱਗੇ ਇੱਕ ਘੋੜੀ ਦੀ ਨਿਆਈ। ਸਰੀਰ ਨੂੰ ਇਸ ਤਰ੍ਹਾਂ ਸਮਝੋ ਜਿਵੇਂ ਤੁਹਾਡੇ ਘਰ ਇੱਕ ਘੋੜੀ ਪਾਲ ਕੇ ਰੱਖੀ। ਤੁਸਾਂ ਸਫ਼ਰ ਕਰਨਾ ਹੈ ਤੇ ਉੱਤੇ ਕਾਠੀ ਵੀ ਪਾਉਂਦੇ ਹੋ, ਕਿਉਂਕਿ ਉਹ 'ਤੇ ਸਫ਼ਰ ਕਰਨਾ ਹੈ, ਇਸ ਕਰਕੇ ਉਹਨੂੰ ਖੁਰਾਕ ਵੀ ਦਿੰਦੇ ਹੋ, ਉਹਦੇ ਸਾਰੇ ਇੰਤਜ਼ਾਮ ਕਰਦੇ ਹੋ, ਉਸ ਦੀ ਖੁਰਾਕ ਵਧੀਆ ਕਰਦੇ ਹੋ, ਉੱਤੇ ਕਾਠੀ ਵਧੀਆ ਪਾਉਂਦੇ ਹੋ, ਉਹਨੂੰ ਲਗਾਮ ਚੰਗੀ ਵਧੀਆ ਲਗਾਉਂਦੇ ਹੋ, ਇੰਤਜ਼ਾਮ ਸਿਸਟਮ ਬਣਾਉਂਦੇ ਹੋ, ਫਿਰ ਤੁਸੀਂ ਉਸ 'ਤੇ ਕੋਈ ਯਾਤਰਾ ਕਰ ਸਕਦੇ ਹੋ। ਜੇ ਤੁਸੀਂ ਕੇਵਲ ਲਗਾਮ ਹੀ ਖਰੀਦ ਕੇ ਲੈ ਆਏ, ਭਾਵ ਗਿਆਨ ਕੰਟਰੋਲ ਤੁਸੀਂ ਸਰੀਰ 'ਤੇ ਬੜਾ ਕਰ ਲਿਆ, ਪਰ ਸਰੀਰ 'ਤੇ ਕੁਝ ਚੰਗਿਆਈਆਂ ਪ੍ਰਾਪਤ ਨਹੀਂ ਕੀਤੀਆਂ, ਤਦ ਵੀ ਯਾਤਰਾ ਨਹੀਂ ਕਰ ਪਾਓਗੇ। ਜੇ ਤੁਸੀਂ ਕੇਵਲ ਚੰਗੀ ਕਾਠੀ ਹੀ ਲੈ ਕੇ ਆਏ, ਫਿਰ ਵੀ ਯਾਤਰਾ ਨਹੀਂ ਕਰ ਪਾਓਗੇ। ਜੇ ਤੁਹਾਡੀ ਲਗਾਮ ਤੇ ਕਾਠੀ ਤੇ ਬੜੀ ਚੰਗੀ ਹੈ, ਪਰ ਤੁਹਾਡੀ ਘੋੜੀ 'ਚ ਜਾਨ ਹੀ ਨਹੀਂ ਹੈ, ਤੇ ਫਿਰ ਵੀ ਯਾਤਰਾ ਨਹੀਂ ਕਰ ਪਾਓਗੇ। ਇਹ ਤਿੰਨੇ ਚੀਜ਼ਾਂ ਯਾਤਰਾ ਵਾਸਤੇ ਜ਼ਰੂਰੀ ਨੇ। ਸਰੀਰ ਵਿੱਚ ਜਾਨ ਵੀ ਚਾਹੀਦੀ ਹੈ, ਸਰੀਰ ਦੇ ਨਾਲ ਕੀਤੇ ਚੰਗੇ ਕਰਮ ਵੀ ਚਾਹੀਦੇ ਨੇ, ਅਤੇ ਸਾਡੇ 'ਤੇ ਕਿਸੇ ਦਾ ਕੰਟਰੋਲ ਵੀ ਚਾਹੀਦਾ ਹੈ। ਸਾਡੇ 'ਤੇ ਸਾਡੇ ਗੁਰੂ ਦਾ, ਸਿਆਣੇ ਕਹਿੰਦੇ ਨਾ, ਪਹਿਲਾਂ ਮਾਪਿਆਂ ਦਾ ਕੰਟਰੋਲ ਹੁੰਦਾ ਹੈ, ਅਧਿਆਪਕਾਂ ਦਾ ਕੰਟਰੋਲ ਹੁੰਦਾ ਹੈ, ਫਿਰ ਸਾਡਾ ਆਪਣਾ ਆਪਣੇ 'ਤੇ ਕੰਟਰੋਲ ਹੋਣਾ ਚਾਹੀਦਾ ਹੈ। ਅਤੇ ਆਪਣਾ ਆਪਣੇ 'ਤੇ ਜਿਹਨੂੰ ਸਵੈ ਕੰਟਰੋਲ ਕਹਿੰਦੇ ਨੇ, ਉਹ ਕਰਨ ਵਾਸਤੇ ਫਿਰ ਗੁਰੂ ਦੀ ਮੱਤ ਲਈਦੀ ਹੈ, ਵੀ ਗੁਰੂ ਦੀ ਮੱਤ ਦੇ ਸਦਕੇ ਆਪਣੇ ਆਪ 'ਤੇ ਕੰਟਰੋਲ ਕਰ ਲਓ। ਨਹੀਂ ਤਾਂ ਠੀਕ ਹੈ, ਪਹਿਲਾਂ ਮਾਪਿਆਂ ਕਹਿਤਾ ਆਹ ਖਾ ਲਓ, ਅਸੀਂ ਖਾ ਲਿਆ, ਮਾਪਿਆਂ ਕਹਤਾ ਆਹ ਨਾ ਖਾਇਆ ਕਰੋ, ਅਸੀਂ ਬੰਦ ਕਰਤਾ, ਫਿਰ ਕੁਝ ਸਮਾਂ ਅਧਿਆਪਕਾਂ ਦਾ ਕਹਿਣਾ ਮੰਨਦੇ ਰਹੇ, ਅਤੇ ਜਦੋਂ ਅਸੀਂ ਮਾਪਿਆਂ ਅਤੇ ਅਧਿਆਪਕਾਂ ਦੇ ਲੇਅਰ ਤੋਂ, ਸਰਕਲ ਤੋਂ ਬਾਹਰ ਨਿਕਲ ਜਾਂਦੇ ਹਾਂ, ਉਦੋਂ ਸਾਨੂੰ ਕੌਣ ਰੋਕੇਗਾ? ਅਸੀਂ ਕਹਿੰਦੇ ਲੈ ਹੁਣ ਤਾਂ ਆਜ਼ਾਦ ਹਾਂ, ਹੁਣ ਸਾਡੀ ਰੋਕਾ ਟੋਕੀ ਖਤਮ। ਪਰ ਨਹੀਂ ਭਾਈ, ਫਿਰ ਉਦੋਂ ਹੀ ਸੰਸਾਰ ਦੀਆਂ ਗਲਤੀਆਂ ਅਤੇ ਭੁੱਲਾਂ ਆਰੰਭ ਹੁੰਦੀਆਂ ਨੇ, ਉਤੋਂ ਬਾਅਦ ਹੀ ਪਾਪ ਅਤੇ ਵਿਕਾਰ ਆਰੰਭ ਹੁੰਦਾ ਹੈ। ਇਸ ਕਰਕੇ ਉਦੋਂ ਆਪਣੀ ਖੁਸ਼ੀ ਦੇ ਨਾਲ ਆਪਣੇ ਗੁਰੂ ਦੇ ਬਖਸ਼ੇ ਹੋਏ ਕੰਟਰੋਲ ਨੂੰ ਆਪਣੇ 'ਤੇ ਭਾਈ ਨਹੀਂ, ਮੈਂ ਜੋ ਕਰਨਾ ਹੈ ਨਾ, ਮੇਰੇ ਗੁਰੂ ਕਹਿੰਦੇ ਨੇ ਕਰੋ, ਅਤੇ ਮੇਰੇ ਗੁਰੂ ਕਹਿੰਦੇ ਨੇ ਇਹ ਨਾ ਕਰੋ। ਇਹ ਸਾਨੂੰ ਮਰਿਆਦਾ ਹੁੰਦੀ ਨਾ, ਕੁਝ ਕੰਮ ਕਰਨੇ ਨੇ ਅਤੇ ਕੁਝ ਕੰਮ ਆਸਾਨੇ ਨਹੀਂ ਕਰਨੇ। ਅਤੇ ਮਹਾਰਾਜ ਕਹਿੰਦੇ ਕਿ ਦੇਹ ਘੋੜੀ ਜੀ, ਸਰੀਰ ਇੱਕ ਘੋੜੀ ਹੈ। ਇਹ ਗੱਲ ਸਾਨੂੰ ਸਮਝ ਆ ਗਈ, ਅਤੇ ਕੀ ਕਰੀਏ? ਸਫਲਤਾ ਕੀ ਹੈ? ਜਿਤ ਹਰ ਪਾਇਆ ਰਾਮ। ਇਹ ਸਰੀਰ ਰੂਪੀ ਘੋੜੀ ਦੀ ਸਫਲਤਾ ਉਦੋਂ ਹੈ ਜੇ ਤੁਸੀਂ ਯਾਤਰਾ ਕਰਦੇ ਕਰਦੇ ਪ੍ਰਮਾਤਮਾ ਤੱਕ ਪਹੁੰਚ ਗਏ। ਜੇ ਸਰੀਰ ਪ੍ਰਾਪਤ ਹੋ ਗਿਆ ਅਤੇ ਪ੍ਰਮਾਤਮਾ ਦੀ ਪ੍ਰਾਪਤੀ ਤੁਸੀਂ ਨਹੀਂ ਕੀਤੀ, ਨਾਮ ਨਹੀਂ ਜਪਿਆ, ਗੁਰੂ ਨਹੀਂ ਮਿਲਿਆ, ਬਾਣੀ ਨਹੀਂ ਪੜ੍ਹਦੇ, ਸਤ ਸਰੂਪ ਤੱਕ ਨਹੀਂ ਪਹੁੰਚ ਪਾ ਸਕੇ, ਅਤੇ ਫਿਰ ਸਰੀਰ ਪ੍ਰਾਪਤ ਕਰਕੇ ਵੀ ਤੂੰ ਕਿਆ ਖੱਟਿਆ ਹੈ? ਫਿਰ ਸਾਨੂੰ ਪੁੱਛਿਆ ਜਾਣਾ, ਕਿਆ ਤੈਂ ਖੱਟਿਆ, ਕਹਾਂ ਗਵਾਇਆ? ਸਾਨੂੰ ਹਰ ਇੱਕ ਨੂੰ, ਭਾਵੇਂ ਕੋਈ ਪੜ੍ਹਿਆ ਅਤੇ ਭਾਵੇਂ ਕੋਈ ਅਨਪੜ੍ਹ ਹੈ, ਭਾਵੇਂ ਕੋਈ ਇੱਥੇ ਗਰੀਬ ਹੈ ਅਤੇ ਭਾਵੇਂ ਕੋਈ ਅਮੀਰ ਹੈ, ਸਭ ਨੂੰ ਪੁੱਛਿਆ ਜਾਣਾ, ਕਿਆ ਤੈਂ ਖੱਟਿਆ?
ਸਭ ਨੂੰ ਪੁੱਛਿਆ ਜਾਣਾ, ਸਾਰਿਆਂ ਦੇ। ਆ ਹੁਣ ਇੱਕ ਸ਼ਲੋਕ ਅਸਾਂ ਸੁਣਿਆ, ਬਹੁਤ ਵਾਰ ਪੜ੍ਹਿਆ ਜਾਂਦਾ ਹੈ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸਭ ਦੇ, ਕਿਉਂਕਿ ਇੱਥੇ ਕੋਈ ਅਮੀਰੀ ਗਰੀਬੀ ਪੜ੍ਹਾਈ ਲਿਖਾਈ ਨਹੀਂ, ਕਰਮ ਹੈ। ਤੇ ਕਰਮ ਤੇ ਚੰਗੇ ਤੇ ਮੰਦੇ ਹੀ ਹੁੰਦੇ ਨਾ। ਸਰੀਰ ਦੀ ਕਾਮਯਾਬੀ ਇਹ ਹੈ ਕਿ ਇਸ ਸਰੀਰ ਦੇ ਰਹਿੰਦਿਆਂ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਈਏ। ਭਾਈ ਸਾਹਿਬ ਜੀ ਜਸਵੀਰ ਸਿੰਘ ਜੀ ਇੱਕ ਬੜੀ ਪਿਆਰੀ ਗੱਲ ਕਹਿੰਦੇ ਹੁੰਦੇ ਸੀ ਕਿ ਭਾਈ ਸਰੀਰ ਤੇਰੀ ਤੇ ਸਰੀਰ ਦੀ ਦੋ ਯਾਤਰਾਵਾਂ ਇਕੱਠੀਆਂ ਚੱਲ ਰਹੀਆਂ ਨੇ। ਸਰੀਰ ਦੀ ਇੱਕ ਆਪਣੀ ਮੰਜ਼ਿਲ ਹੈ ਤੇ ਭਾਈ ਤੇਰੀ ਵੀ ਇੱਕ ਆਪਣੀ ਮੰਜ਼ਿਲ ਹੈ। ਤੂੰ ਆਪਣੀ ਮੰਜ਼ਿਲ ਤੇ ਪਹੁੰਚਾ ਕਿ ਨਹੀਂ ਪਹੁੰਚਾ, ਇਹਦਾ ਤੇ ਖਦਸ਼ਾ ਬਣਿਆ ਰਹੇਗਾ ਨਾ। ਪਰ ਸਰੀਰ ਨੇ ਆਪਣੀ ਮੰਜ਼ਿਲ ਤੇ ਪਹੁੰਚ ਹੀ ਜਾਣਾ ਹੈ। ਤੇ ਫਿਰ ਆਪੇ ਕਹਿਣਾ, ਤੁਹਾਨੂੰ ਪਤਾ ਹੈ ਸਰੀਰ ਦੀ ਆਖਰੀ ਮੰਜ਼ਿਲ ਕਿਹੜੀ ਹੈ? ਸ਼ਮਸ਼ਾਨ ਘਾਟ ਸਰੀਰ ਦੀ ਆਖਰੀ ਮੰਜ਼ਿਲ ਹੈ। ਸ਼ਮਸ਼ਾਨ ਸਰੀਰ ਦਾ ਆਖਰੀ ਘਰ ਹੈ। ਆ ਦੁਨੀਆ ਦੇ ਘਰ ਤੇ ਸਾਡੇ ਟੈਂਪਰੇਰੀ ਨੇ। ਤੁਸੀਂ ਹਰ 2 ਸਾਲ ਬਾਅਦ ਉਹਨੂੰ ਰੰਗ ਰੋਗਨ ਕਰਨ ਤੁਰ ਪੈਂਦੇ ਹੋ। ਹਰ 7 ਸਾਲ ਬਾਅਦ ਤੁਸੀਂ ਉਹਦੇ ਪਰਦਿਆਂ ਤੋਂ ਲੈ ਕੇ ਫਰਨੀਚਰ ਤੱਕ ਸਭ ਬਦਲਣ ਤੁਰ ਪੈਂਦੇ ਹੋ। ਤਾਂ ਕਿਉਂ? 7 ਸਾਲ ਬਾਅਦ ਮਨ ਅੱਕ ਜਾਂਦਾ, ਬੜਾ ਸਾਲ ਹੋ ਗਏ ਦੇਖਦਿਆਂ ਇੱਕੋ ਹੀ ਪੜਦੇ, ਇੱਕੋ ਹੀ ਰੰਗ। ਬਦਲੋ ਭਾਈ, ਫਰਨੀਚਰ ਬਦਲੋ, ਪੜਦੇ ਬਦਲੋ, ਰੰਗ ਬਦਲੋ। ਲੋਕ ਤਾਂ ਘਰ ਹੀ ਬਦਲ ਦਿੰਦੇ ਨੇ ਕਿਉਂਕਿ ਅੱਕ ਜਾਂਦੇ। ਸਰੀਰ ਦੀ ਆਖਰੀ ਘਰ ਸ਼ਮਸ਼ਾਨ ਹੈ। ਇੱਕ ਬੜਾ ਪਿਆਰਾ ਸ਼ਲੋਕ ਅਸਾਂ ਪੜ੍ਹਿਆ ਹੋਣਾ, ਬਾਬਾ ਫਰੀਦ ਸਾਹਿਬ ਜੀ ਦਾ ਹੈ। ਫਰੀਦਾ ਗੋਰ ਨਿਮਾਣੀ ਛੱਡ ਘਰੇ, ਨਿਘਰਿਆ ਘਰੇ ਆਓ। ਸਰ ਪਰ ਮੈਥੇ ਆਵਣਾ, ਮਰਨੋਂ ਨਾ ਡਰਿਆਓ। ਸਰੀਰ ਦੀ ਅੰਤਮ ਮੰਜ਼ਿਲ ਕਬਰ ਹੈ, ਸ਼ਮਸ਼ਾਨ ਘਾਟ ਹੈ। ਤੇ ਸਰੀਰ ਨੇ ਆਪਣੀ ਸ਼ਮਸ਼ਾਨ ਘਾਟ ਦੀ ਆਖਰੀ ਮੰਜ਼ਿਲ ਤੇ ਪਹੁੰਚ ਹੀ ਜਾਣਾ ਹੈ। ਤੇ ਫਿਰ ਇੱਕ ਸਵਾਲ ਪੁੱਛਣਾ ਵੀ ਨਹੀਂ, ਇਹ ਤੇ ਹਸਪਤਾਲ 'ਚ ਮਰ ਜਾਂਦਾ, ਫਿਰ ਕੀ ਕਰਾਂਗੇ? ਕਹਿੰਦੇ 4 ਭਰਾ ਚੁੱਕ ਕੇ ਲੈ ਜਾਣਗੇ। ਲਾਵਾਰਿਸ ਹੋ ਜਾਏਗਾ ਤਾਂ ਸਰਕਾਰ ਦੇ ਕੋਈ ਕਰਿੰਦੇ ਆਉਣਗੇ, ਧੂ ਕੇ ਚੁੱਕ ਕੇ ਲੈ ਜਾਣਗੇ। ਸਰੀਰ ਨੂੰ ਤਾਂ ਸਰਕਾਰ ਦੇ, ਪਰਿਵਾਰ ਦੇ, ਸਮਾਜ ਦੇ ਕੋਈ ਨਾ ਕੋਈ 4 ਜੀ ਆਉਣਗੇ ਚੁੱਕ ਕੇ, ਅਦਬ ਨਾ ਸਹੀ, ਬੇਪੱਤੀ ਨਾ ਸਹੀ, ਸ਼ਮਸ਼ਾਨ ਤੱਕ ਲੈ ਜਾਣਗੇ। ਅਗਲੀ ਗੱਲ ਹੈ, ਤੂੰ ਕਿੱਥੇ ਜਾਏਗਾ? ਤੇ ਮੇਰੀ ਮੰਜ਼ਿਲ ਕਿਹੜੀ ਆ? ਮੇਰੀ ਮੰਜ਼ਿਲ ਭਗਵਾਨ ਦਾ ਘਾਟ ਹੈ। ਜੇ ਸਰੀਰ ਦੀ ਮੰਜ਼ਿਲ ਸ਼ਮਸ਼ਾਨ ਘਾਟ ਹੈ ਤੇ ਸਾਡੀ ਮੰਜ਼ਿਲ ਗੁਰੂ ਕੇ ਚਰਨ ਹੈ। ਕੀ ਅਸਾਂ ਦੀ ਪਹੁੰਚ ਗੁਰੂ ਕੇ ਚਰਨਾਂ ਤੱਕ ਹੋਈ ਹੈ? ਸਰੀਰ ਦੇ ਰਹਿੰਦਿਆਂ ਆਹ ਇੱਕ ਗੱਲ ਅਸੀਂ ਕਹਿੰਦੇ ਹੁੰਦੇ ਹਾਂ, ਅਕਸਰ ਜਦੋਂ ਸਾਡੇ 'ਚੋਂ ਕੋਈ ਜੀ ਚਲਾਣਾ ਕਰ ਜਾਂਦਾ ਹੈ, ਜਿਹਨੂੰ ਆਪਾਂ ਅੰਤਮ ਅਰਦਾਸ ਸ਼ਬਦ ਵਾਰ ਬਣਾਇਆ ਹੋਇਆ, ਪਰਿਵਾਰ ਦੇ ਸਾਰੇ ਜੀ ਇਕੱਠੇ ਹੋ ਜਾਂਦੇ ਨੇ, ਰਿਸ਼ਤੇਦਾਰ ਸੰਬੰਧੀ ਸੰਗਤ ਰੂਪ ਹੁੰਦੇ ਨੇ। ਉਦੋਂ ਅਰਦਾਸ ਕਰਦੇ ਹਾਂ, ਹੇ ਸੱਚੇ ਪਾਤਸ਼ਾਹ, ਉਸ ਪਰਟੀਕੂਲਰ ਜੀ ਦਾ ਨਾਂ ਲੈ ਰਹੇ ਹੁੰਦੇ ਹਾਂ ਕਿ ਇਹ ਮਾਤਲੋਕ ਦੀ ਯਾਤਰਾ ਸੰਪੂਰਨ ਕਰਕੇ ਤੁਹਾਡੇ ਚਰਨਾਂ 'ਚ ਆ ਪਹੁੰਚਾਏ। ਹੁਣ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਦਿਓ। ਪਰ ਕਦੇ ਆਪਾਂ ਆਪਣੇ ਲਈ ਅਰਦਾਸ ਕੀਤੀ ਹੈ? ਵੱਡੇ ਤੋਂ ਵੱਡੇ ਗਿਆਨੀਆਂ ਨੂੰ ਪੁੱਛ ਕੇ ਦੇਖਣਾ ਕਿ ਆਪਣੇ ਲਈ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੇਰੀ ਕਿਰਪਾ ਕਰੋ, ਸਰੀਰ ਦੀ ਸੰਸਾਰ ਦੀ ਯਾਤਰਾ ਸਫਲਤਾ ਦੇ ਨਾਲ ਜਿਤਨਾ ਸਮਾਂ ਬਖਸ਼ਿਸ਼ ਕਰਦੇ ਪੂਰੀ ਹੋਵੇ, ਪਰ ਮਹਾਰਾਜ ਮੇਰੀ ਯਾਤਰਾ ਵੀ ਪੂਰੀ ਹੋ ਜਾਏ। ਮੈਨੂੰ ਸਰੀਰ ਦੀ ਯਾਤਰਾ ਤੋਂ ਪਹਿਲਾਂ ਆਪਣੇ ਚਰਨਾਂ 'ਚ ਥਾਂ ਦੇ ਦਿਓ। ਭਾਈ ਦਾਨ ਸਿੰਘ ਤੇ ਭਾਈ ਡੱਲਾ ਜੀ ਤੇ ਬੜੇ ਸਿਆਣੇ, ਭਾਵੇਂ ਅਸੀਂ ਉਹਨਾਂ ਦੇ ਨਾਂ 'ਤੇ ਚੁਟਕਲੇ ਬਣਾ ਲਈਦੇ ਹਾਂ, ਪਰ ਬੜੇ ਸੁਘੜ ਤੇ ਸਿਆਣੇ ਸਨ। ਹੱਥ ਜੋੜ ਕੇ ਕਿਹਾ, ਮਹਾਰਾਜ ਆਪਣੇ ਚਰਨਾਂ 'ਚ ਥਾਂ ਦੇ ਦਿਓ। ਅਜੇ ਸੇਵਾ ਕਰਦੇ, ਬਾਕੀ ਪਤਾ ਨਹੀਂ, ਪਰ ਕਿਰਪਾ ਕਰੋ ਆਪਣੇ ਚਰਨਾਂ 'ਚ ਥਾਂ ਦੇ ਦਿਓ। ਉਹਨਾਂ ਮੰਗ ਤੇ ਲਿਆ, ਪਰ ਅਸੀਂ ਤੇ ਮੰਗ ਹੀ ਨਹੀਂ ਪਾਉਂਦੇ, ਡਰਦੇ ਹਾਂ ਵੀ ਕਿਤੇ ਕਹਿਤਾ ਮਹਾਰਾਜ ਆਪਣੇ ਚਰਨਾਂ 'ਚ ਥਾਂ ਦੇ ਦਿਓ, ਤੇ ਮਹਾਰਾਜ ਨੇ ਕਿਹਾ ਚੱਲ ਬੇਟਾ ਸਾਡੇ ਸੰਸਾਰ ਤੇ ਚੱਲ, ਮੇਰੇ ਚਰਨਾਂ 'ਚ ਥਾਂ ਖਾਲੀ ਹੋਇਆ, ਬਹਿ ਜਾ। ਫਿਰ ਅਸੀਂ ਕੀ ਕਰਾਂਗੇ? ਸੰਸਾਰ ਛੱਡ ਕੇ ਜਾਣ ਨੂੰ ਤਿਆਰ ਹਾਂ? ਨਹੀਂ, ਅਸੀਂ ਡਰਦੇ ਤੇ ਹਾਂ, ਸਾਡੇ ਤੇ ਇੱਕ ਡਰ ਪਿਆ ਹੋਇਆ ਮੌਤ ਦਾ। ਨਹੀਂ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰੀਰ ਦੀ ਯਾਤਰਾ ਆਪਣਾ ਮੰਡਲ ਚੱਲਦੀ ਹੈ, ਅਸਾਂ ਦੀ ਆਪਣਾ। ਔਰ ਸਾਡੀ ਯਾਤਰਾ ਨੂੰ ਪੂਰੀ ਕਰਦਿਆਂ ਕਈ ਵਾਰ ਸਾਨੂੰ ਸਰੀਰ ਬਦਲਣਾ ਪਿਆ ਹੈ, ਜਿਹਨੂੰ ਫਿਲਾਸਫੀ 'ਚ ਅਸੀਂ ਕਹਿੰਦੇ ਹੁੰਦੇ ਹਾਂ, ਇੱਕ ਜੀਵਨ ਚੱਕਰ ਨੂੰ ਪੂਰਾ ਕਰਨ ਵਾਸਤੇ ਕਈ ਜਨਮ ਲੱਗਦੇ ਨੇ।
ਤੇ ਹਰ ਜਨਮ ਦੇ ਵਿੱਚ ਇੱਕ ਸਰੀਰ ਮਿਲਦਾ ਹੈ। ਮੈਂ ਨਹੀਂ ਕਹਿ ਸਕਦਾ ਕਿਉਂਕਿ ਮੇਰੀ ਸਮਰੱਥਾ ਨਹੀਂ ਨਾ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਤੇ ਹੁਣ ਕੀ ਆ, ਮਿਲ ਜਗਦੀਸ਼ ਮਿਲਨ ਕੀ ਬਰੀਆ। ਆ ਜਨਮ ਮਿਲਿਆ ਏ, ਇਸ ਜਨਮ ਦੇ ਵਿੱਚ ਜਗਦੀਸ਼ ਜੀ ਨੂੰ ਮਿਲ ਜਾ। ਜੇ ਇਸ ਜਨਮ ਦੇ ਵਿੱਚ ਜਗਦੀਸ਼ ਜੀ ਨੂੰ ਤੇਰੀ ਸੁਰਤ ਮਿਲ ਗਈ ਤੇ ਠੀਕ ਹੈ, ਨਹੀਂ ਤੇ ਫਿਰ ਅਗਲੇ ਜਨਮ ਲਈ ਤਿਆਰ ਹੋ ਜਾ। ਅਗਲਾ ਕੋਈ ਹੋਰ ਜਨਮ ਮਿਲ ਜਾਏਗਾ। ਬਾਬਾ ਅਗਲਾ ਜਨਮ ਕੈਸਾ ਮਿਲੇਗਾ? ਕਹਿਣ ਲੱਗੇ ਜੈਸੀ ਤੇਰੀ ਸੋਚ ਹੋਏਗੀ, ਜੈਸੀ ਤੇਰੀ ਬਿਰਤੀ ਹੋਏਗੀ, ਜਿਹੋ ਜਿਹਾ ਤੇਰਾ ਅੰਤਮ ਸਮੇਂ ਦੇ ਸੋਚ ਮੰਡਲ ਹੋਏਗਾ, ਉਹੋ ਜਿਹਾ ਤੈਨੂੰ ਅਗਲਾ ਜਨਮ ਮਿਲ ਜਾਏਗਾ। ਇੱਥੇ ਕੋਈ ਗਰੰਟੀ ਨਹੀਂ ਜੇ। ਇੱਥੇ ਤੇ ਅੰਤਮ ਸਮੇਂ ਤੇ ਤੁਹਾਡੀ ਬਿਰਤੀ, ਤੁਹਾਡੀ ਸੋਚ ਕਿਸ ਸੰਕਲਪ 'ਚ ਡੁੱਬੀ ਹੈ, ਅਗਲੇ ਜਨਮ ਦਾ ਉੱਥੋਂ ਨਿਰਧਾਰਨ ਹੁੰਦਾ ਹੈ। ਔਰ ਕਈ ਵਾਰ ਐਸੇ ਸਾਖੀ ਇਤਿਹਾਸ ਮੰਨਦਾ ਹੈ ਕਿ ਮਨੁੱਖ ਸਾਰੀ ਉਮਰ ਕੁਛ ਹੋਰ ਸੋਚਦਾ ਰਹਿ ਗਿਆ, ਕੁਛ ਹੋਰ ਕਰਦਾ ਰਹਿ ਗਿਆ, ਪਰ ਅੰਤਮ ਸਮੇਂ 'ਤੇ ਕੁਛ ਹੋਰ ਖਿਆਲ ਦ੍ਰਿੜ ਹੋ ਗਿਆ ਤੇ ਅਗਲਾ ਜਨਮ ਉਸ ਨੂੰ ਵੈਸਾ ਮਿਲ ਗਿਆ। ਪ੍ਰਾਚੀਨ ਗਾਥਾ 'ਚੋਂ ਪੜ੍ਹਿਆ ਹੋਣਾ ਨਾ, ਕਈ ਵਾਰ ਆਪਾਂ ਸਾਂਝੀ ਵੀ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਲਾਹੌਰ ਦੁਨੀ ਚੰਦ ਦੇ ਚੌਹੱਟੇ 'ਤੇ ਗਏ। ਦੁਨੀ ਚੰਦ ਆਪਣੇ ਪਿਤਾ ਦਾ ਸ਼ਰਾਧ ਕਰਦਾ ਪਿਆ। ਸ਼ਰਾਧ ਦੇ ਵਿੱਚ ਬੜੇ ਸ਼ੌਕ ਦੇ ਨਾਲ ਧਰਮ ਕਰਮ ਕੀਤੇ ਗਏ ਨੇ। ਪਿਤਾ ਦੇ ਨਾਂ 'ਤੇ ਹਵਨ ਯੱਗ, ਦੁਨੀਆ ਭਰ ਦੇ ਜੋ ਕਰਮ ਲੋਕਾਂ ਦੱਸੇ ਕੀਤੇ। ਗੁਰੂ ਨਾਨਕ ਪਾਤਸ਼ਾਹ ਸਾਹਿਬ ਨੂੰ ਸੰਵਾਦ ਜਦੋਂ ਹੋਇਆ ਤੇ ਕਹਿਣ ਲੱਗੇ, ਭਾਈ ਇਹ ਸਭ ਕੁਝ ਕੀ ਕਰਦਾ ਪਿਆ? ਕਹਿਣ ਲੱਗਾ ਜੀ ਪਿਤਾ ਜੀ ਵਾਸਤੇ। ਇਹ ਪਿਤਾ ਜੀ ਨੂੰ ਪਹੁੰਚੇ ਤੇ ਗੁਰੂ ਨਾਨਕ ਦੋ ਪਲ ਠਹਿਰ ਕੇ ਕਹਿਣ ਲੱਗੇ, ਤੈਨੂੰ ਪਤਾ ਹੈ ਤੇਰੇ ਪਿਤਾ ਕਿੱਥੇ ਨੇ? ਕਹਿਣ ਲੱਗਾ ਜੀ ਧਰਮੀ ਸਨ, ਧਰਮ ਕਰਮ ਕਰਦਿਆਂ ਉਹਨਾਂ ਸਾਰੀ ਉਮਰ ਗੁਜ਼ਾਰੀ, ਸਵਰਗਾਂ 'ਚ ਹੋਣਗੇ। ਮਹਾਰਾਜ ਕਹਿਣ ਲੱਗੇ ਪੱਕਾ? ਠਹਿਰ ਗਿਆ, ਕਹਿਣ ਲੱਗਾ ਨਹੀਂ, ਦਾਅਵਾ ਤੇ ਨਹੀਂ ਕਰ ਸਕਦਾ। ਮਹਾਰਾਜ ਕਹਿਣ ਲੱਗੇ ਮਿਲਣਾ ਹੀ, ਆਪਣੇ ਪਿਤਾ ਨੂੰ ਮਿਲਣਾ ਹੀ। ਸਾਨੂੰ ਅੱਜ ਕੋਈ ਕਹਿ ਦੇਵੇ ਵੀ ਚੱਲ ਤੈਨੂੰ ਤੇਰੇ ਪਿਤਾ ਨੂੰ ਮਿਲਾ ਦਿਆਂ ਤੇ ਇੱਕ ਹੌਲ ਜਿਹਾ ਨਹੀਂ ਪਏਗਾ ਵੀ ਪਿਤਾ ਜੀ ਤੇ ਮੇਰੇ 20 ਸਾਲ ਹੋ ਗਏ ਚਲਾਣਾ ਕਰ ਗਏ, ਆਪਣੇ ਹੱਥੀਂ ਸੰਸਕਾਰ ਕੀਤਾ ਹੈ, ਤੇ ਹੁਣ ਅੱਜ ਕੋਈ ਕਹੇ ਵੀ ਚੱਲ ਤੈਨੂੰ ਮਿਲਾ ਦਿਆਂ ਤੇ ਇੱਕ ਹੌਲ ਜਿਹਾ ਪਏਗਾ ਨਾ। ਡਰਦਾ ਜਾ ਕਹਿਣ ਲੱਗਾ ਅੱਛਾ ਮਿਲ ਸਕਦੇ ਨੇ? ਮਹਾਰਾਜ ਕਹਿਣ ਲੱਗੇ ਹਾਂ ਮਿਲ ਸਕਦੇ ਨੇ, ਤੂੰ ਮਿਲਣਾ ਚਾਹੁੰਦਾ? ਕਹਿਣ ਲੱਗਾ ਹਾਂ ਅਗਰ ਮਿਲ ਸਕਦੇ ਨੇ ਤੇ ਮਿਲਾ ਦਿਓ, ਤੁਸੀਂ ਸਮਰੱਥ ਹੋ। ਮਹਾਰਾਜ ਕਹਿਣ ਲੱਗੇ ਚੱਲ ਫਿਰ। ਕਿੱਥੇ ਚੱਲਣਾ ਬਾਬਾ? ਕਿਸੇ ਮੰਦਰੇ, ਕਿਸੇ ਧਰਮਸ਼ਾਲਾ? ਕਹਿਣ ਲੱਗੇ ਨਹੀਂ, ਆਹ ਦਰਿਆ ਦੇ ਕੰਢੇ ਚੱਲਦੇ ਆ। ਰਾਵੀ ਦਰਿਆ ਦੇ ਕਿਨਾਰੇ 'ਤੇ ਆ ਗਏ। ਪੁਰਾਣੀਆਂ ਗਾਥਾਵਾਂ ਵਾਲੇ ਸੁਣਾਉਂਦੇ ਨੇ, ਰਾਵੀ ਦਰਿਆ ਦੇ ਕਿਨਾਰੇ ਆ ਕੇ ਕਹਿਣ ਲੱਗੇ ਇਸ ਤਰ੍ਹਾਂ ਕਰ, ਆਪਣੇ ਪਿਤਾ ਨੂੰ ਜਿਵੇਂ ਪੁਕਾਰਦਾ ਸੀ, ਬੁਲਾਉਂਦਾ, ਉੱਚੀ ਆਵਾਜ਼ 'ਚ ਬੁਲਾ ਤੇ ਸਹੀ। ਅਤੇ ਹਰ ਵਿਅਕਤੀ ਆਪਣੇ ਮਾਤਾ ਪਿਤਾ ਨੂੰ ਬੁਲਾਉਣ ਦਾ ਅੰਦਾਜ਼ ਆਪੋ ਆਪਣਾ ਹੁੰਦਾ। ਜਿਸ ਅੰਦਾਜ਼ ਵਿੱਚ ਆਪਣੇ ਪਿਤਾ ਨੂੰ ਬੁਲਾਉਂਦਾ ਸੀ, ਇੱਕ ਵਾਰ, ਦੋ ਵਾਰ, ਚਾਰ ਵਾਰ ਉੱਚੀ ਉੱਚੀ ਬੁਲਾਇਆ ਤੇ ਵੇਖਿਆ ਝਾੜੀਆਂ 'ਚੋਂ ਇੱਕ ਬਘਿਆੜ ਤੁਰਿਆ ਆਉਂਦਾ। ਡਰਿਆ। ਮਹਾਰਾਜ ਕਹਿਣ ਲੱਗੇ ਨਹੀਂ, ਦੋ ਚਾਰ ਵਾਰ ਹੋਰ ਬੋਲ। ਦੋ ਚਾਰ ਵਾਰ ਹੋਰ ਬੁਲਾਇਆ, ਬਘਿਆੜ ਨੇੜੇ ਆ ਗਿਆ। ਹੁਣ ਬਘਿਆੜ ਨਾ ਡਰਿਆ ਤੇ ਨਾ ਡਰਿਆ, ਨਾ ਦੋਨਾਂ ਦੀ ਅੱਖਾਂ 'ਚ ਕੋਈ ਭੈ ਹੈ। ਬਘਿਆੜ ਨੇੜੇ ਆ ਗਿਆ। ਮਨੁੱਖੀ ਆਵਾਜ਼ ਗੂੰਜੀ, ਬੇਟਾ ਕੀ ਚਾਹੀਦਾ ਹੈ, ਕਿਉਂ ਬੁਲਾ ਰਹੇ ਹੈ? ਹੈਰਾਨ ਹੋ ਗਿਆ, ਆਵਾਜ਼ ਤੇ ਪਿਤਾ ਦੀ ਹੈ, ਜਿਵੇਂ ਪਿਤਾ ਜੀ ਬੁਲਾਉਂਦੇ ਸੀ ਉੱਦਾਂ ਬੁਲਾ ਰਹੇ ਹੈ। ਗੁਰੂ ਨਾਨਕ ਕੋਲ ਸਵਾਲੀਆ ਨਿਸ਼ਾਨਾ ਨਿਗਾਹ ਨਾਲ ਦੇਖਦਾ, ਬਾਬਾ ਇਹ ਕੀ ਹੈ? ਸਤਿਗੁਰੂ ਕਹਿਣ ਲੱਗੇ ਪੁੱਛ ਲਾ ਕੀ ਹੈ। ਫਿਰ ਦੁਬਾਰਾ ਬੁਲਾਇਆ। ਉਹ ਕਹਿਣ ਲੱਗਾ ਹਾਂ ਮੈਂ ਹੀ ਤੇਰਾ ਪਿਤਾ, ਜੂਨਾਂ ਦੇ ਜਨਮਾਂ ਦੇ ਚੱਕਰ ਕਰਕੇ ਮੈਂ ਬਘਿਆੜ ਦੀ ਜੂਨੇ ਪਿਆ ਹੋਇਆ, ਤੇਰਾ ਪਿਤਾ। ਹੈਰਾਨ ਹੋ ਕੇ ਕਹਿਣ ਲੱਗਾ ਤੁਸੀਂ ਤਾਂ ਧਰਮੀ ਕਰਮ ਹੀ ਸੀਗੇ, ਸਾਰਾ ਸਮਾਂ ਧਰਮ ਕਰਮ ਕਰਦੇ ਰਹੇ ਹੋ ਤੇ ਬਘਿਆੜ ਦੀ ਜੂਨੇ ਕਿਉਂ ਪਏ ਹੋ? ਕਹਿਣ ਲੱਗੇ ਬੇਟਾ ਸਾਰਾ ਉਮਰ ਧਰਮ ਕਰਮ ਕੀਤਾ, ਮਨ ਵਿੱਚ ਕੋਈ ਇੱਛਾਵਾਂ ਬਾਕੀ ਹੁੰਦੀਆਂ, ਪਤਾ ਨਹੀਂ ਕਿਹੜੀ ਇੱਛਾ ਕਦੋਂ ਪ੍ਰਬਲ ਹੋ ਜਾਏਗੀ। ਇਸੇ ਕਰਕੇ ਮਨ 'ਤੇ ਕੰਟਰੋਲ, ਆ ਪਿੱਛੇ ਇੱਕ ਬਚਨ ਸੀ, ਕੜਿਆਲ ਮੁਖੇ ਗੁਰੰਕਸ਼, ਕੰਟਰੋਲ ਬੜਾ ਜ਼ਰੂਰੀ। ਕਿਹੜੀ ਇੱਛਾਵਾਂ ਸੰਕਲਪ ਕਦੋਂ ਮਨ 'ਚ ਉੱਠਣਗੀਆਂ ਤੇ ਉਹਨੂੰ ਰਿਜੈਕਟ ਕਰਨਾ ਕਿ ਸਿਲੈਕਟ ਕਰਨਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਇੱਛਾ ਨੂੰ, ਕਿਹੜੇ ਸੰਕਲਪ ਨੂੰ ਪਕੜਨਾ ਤੇ ਇੱਕ ਨੂੰ ਤਿਆਗ ਦੇਣਾ। ਕਹਿਣ ਲੱਗੇ ਖਿਆਲ ਇੱਕ ਬਣ ਗਿਆ ਬੈਠਿਆਂ ਵੀ ਲੋਕ ਮਾਸ ਮੀਟ ਖਾਂਦੇ ਨੇ, ਬੜੇ ਸ਼ੌਕ ਨਾਲ ਖਾਂਦੇ ਨੇ, ਅਸੀਂ ਕਦੇ ਨਹੀਂ ਖਾਧਾ, ਉਹਦਾ ਸਵਾਦ ਕਿੱਦਾਂ ਦਾ ਹੁੰਦਾ? ਮਨ ਹੈ ਨਾ,
ਸਵਾਲ ਲੈ ਕੇ ਬਹਿ ਗਿਆ, ਦਾ ਸਵਾਦ ਕਿੱਦਾਂ ਦਾ ਹੋਏਗਾ। ਉਧਰੋਂ ਮੇਰਾ ਅੰਤਮ ਸਮਾਂ ਸੀ, ਉਧਰੋਂ ਕਿਸੇ ਦੇ ਗੁਆਂਢ ਮਾਸ ਬਣਦਾ ਪਿਆ ਸੀ, ਉਹਦੀ ਖੁਸ਼ਬੂ ਹਵਾ 'ਚ ਉੱਡ ਕੇ ਮੇਰੇ ਤੱਕ ਪਹੁੰਚੀ। ਮਨ 'ਚ ਫਿਰ ਅੰਤਮ ਸਮੇਂ ਖਿਆਲ ਆ ਗਿਆ, ਲੋਕ ਬੜੇ ਸ਼ੌਕ ਨਾਲ ਖਾਂਦੇ ਨੇ, ਅਸੀਂ ਖਾਧਾ ਨਹੀਂ ਕਦੇ, ਪਤਾ ਹੀ ਨਹੀਂ ਸਵਾਦ ਦਾ, ਇਹਦਾ ਸਵਾਦ ਕਿੱਦਾਂ ਦਾ ਹੁੰਦਾ। ਬਸ ਇਹਨਾਂ ਖਿਆਲਾਂ ਦੇ ਵਿੱਚ ਉਲਝ ਗਿਆ, ਮੌਤ ਹੋ ਗਈ। ਇਸ ਮਾਸ ਆਹਾਰ ਦੇ ਖਿਆਲ ਨੇ ਮਾਸ ਆਹਾਰੀ ਜੀਵ ਬਣਾ ਦਿੱਤਾ। ਮੈਂ ਨਹੀਂ ਕਹਿ ਸਕਦਾ ਨਾ, ਔਰ ਲੋਕ ਤਰਕ ਵਿਤਰਕ ਕਰਨੇ ਕਹਿਣਗੇ ਠੀਕ ਹੈ, ਹੋ ਸਕਦਾ ਤਾਰੀਖ ਤਰਕ ਵਿਤਰਕ ਵਾਲੇ ਕਹਿਣ, ਪਰ ਚੇਤਾ ਰੱਖਣਾ ਹਰ ਬਿਨ ਬੈਲ ਬਿਰਾਨੇ ਹੋਈ ਹੈ। ਅਗਲੇ ਜਨਮ ਜੂਨ ਮਿਲਦੇ ਨੇ, ਅੰਤ ਕਾਲ ਕੀ ਸਿਮਰਨ ਕਰਦੇ ਹੋ, ਕਿੱਥੇ ਖਿਆਲ ਟਿਕੇ ਹੋਏ ਨੇ, ਅਗਲਾ ਜਨਮ ਵੈਸਾ ਮਿਲਣਾ ਹੈ। ਮੈਂ ਨਹੀਂ ਕਹਿ ਸਕਦਾ, ਆਪਨੇ ਪੜ੍ਹਿਆ ਨਾ, ਤੁਸੀਂ ਤੇ ਮੇਰੇ ਤੋਂ ਜ਼ਿਆਦਾ ਪੜ੍ਹਦੇ ਹੋ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੋ ਮਰੈ, ਪ੍ਰੇਤ ਜੋਨ ਬਲ ਬਲ ਅਵਤਰੈ। ਪੜ੍ਹਦੇ ਹੋ ਨਾ, ਅੰਤ ਕਾਲ ਜੋ ਲక్ష్ਮੀ ਸਿਮਰੈ, ਉਹ ਸੱਪ ਬਣਦਾ। ਅੰਤ ਕਾਲ ਜੋ ਲੜਕੈ ਸਿਮਰੈ, ਸਾਰੀ ਉਮਰ ਅੰਤ ਕਾਲ 'ਚ ਪੁੱਤਰ ਪੁੱਤਰ ਧੀ ਪੁੱਤਰ ਸੰਤਾਨ। ਤੇ ਪਤਾ ਕੀ ਬਣਦਾ, ਮਹਾਰਾਜ ਕਹਿੰਦੇ ਨੇ ਸ਼ੂਕਰ ਜੋਨ ਬਲ ਬਲ ਅਵਤਰੈ, ਸੂਰ ਬਣੇਗਾ, ਇੱਕ ਵਾਰ 'ਚ 16 ਬੱਚੇ ਪੈਦਾ ਹੋਣਗੇ, ਲੋ ਵੀ ਪਾਲਦਾ ਰਹੇ। ਅੰਤ ਕਾਲ ਜੋ ਇਸਤਰੀ ਸਿਮਰੈ, ਵਿਸ਼ਵਾ ਜੋਨ ਬਲ ਬਲ ਅਵਤਰੈ। ਇਹ ਜਨਮ ਸਾਡੇ ਵਾਸਤੇ ਤਿਆਰ ਨੇ। ਤੇ ਮਹਾਰਾਜ ਕਹਿੰਦੇ ਫਿਰ ਦੂਜਾ ਪੱਖ ਵੀ ਹੈਗਾ, ਕੀ ਜੀ, ਅੰਤ ਕਾਲ ਜੋ ਨਾਰਾਇਣ ਸਿਮਰੈ, ਵੀ ਬੁਰਾਈ ਹੀ ਨਹੀਂ ਗੀ, ਉੱਤੇ ਸਮੇਂ ਤੇ ਤੁਹਾਡੇ ਸੰਕਲਪ ਵਿੱਚ ਕੀ ਹੈ, ਫਾਇਦਾ ਉਸਨੇ ਦੇਣਾ। ਡੱਬੇ ਨੇ ਫਾਇਦਾ ਨਹੀਂ ਦੇਣਾ ਹੁੰਦਾ, ਡੱਬੇ ਦੇ ਵਿੱਚ ਕੀ ਪਿਆ ਹੋਇਆ ਹੈ ਉਸਨੇ ਰਿਜ਼ਲਟ ਦੇਣਾ ਹੈ। ਤੁਸੀਂ ਕਿਸੇ ਡੱਬੇ 'ਚ ਮਿੱਠਾ ਪਾ ਕੇ ਲੈ ਕੇ ਆਇਓ, ਮਿਠਾਈ ਮਿਲੇਗੀ ਨਾ, ਤੇ ਡੱਬੇ ਦੇ ਵਿੱਚ ਕੁੜੱਤਣ ਪਾ ਕੇ ਲੈ ਆਏ ਤਾਂ ਕੁੜੱਤਣ ਹੀ ਮਿਲੇਗੀ ਨਾ। ਸਾਡੇ ਚਿੱਤ ਰੂਪੀ ਡੱਬੇ ਦੇ ਵਿੱਚ, ਜਿਹਨੂੰ ਅਸੀਂ ਘੱਟ ਕਹਿੰਦੇ ਆ, ਕੀ ਪਿਆ ਹੈ ਉਹੀ ਨਿਕਲੇਗਾ, ਉਹੀ ਮਿਲੇਗਾ। ਤੇ ਮਹਾਰਾਜ ਕਹਿਣ ਲੱਗੇ ਸਰੀਰ ਤੁਹਾਨੂੰ ਪ੍ਰਾਪਤ ਹੋਇਆ ਹੈ, ਇਸ ਸਰੀਰ ਦਾ ਫਾਇਦਾ ਨਤੀਜਾ ਇਹ ਕਿ ਜੇ ਤੁਸੀਂ ਅੰਤਮ ਸਵਾਸ ਆਉਣ ਤੋਂ ਪਹਿਲਾਂ ਪ੍ਰਭੂ ਜੀ ਦੇ ਨਾਲ ਤੁਹਾਡਾ ਚਿੰਤਨ ਜੁੜ ਜਾਏ, ਤੁਹਾਡਾ ਸੁਰਤ ਸਾਂਝ ਬਣ ਜਾਏ ਤੇ ਠੀਕ ਹੈ, ਨਹੀਂ ਤੇ ਫਿਰ ਜੋ ਤੁਹਾਡੇ ਅੰਤਮ ਸੰਕਲਪ ਚਿੰਤਾ ਹੋਣਗੀਆਂ, ਤੁਸੀਂ ਉਹਨਾਂ ਰਾਹਾਂ 'ਤੇ ਤੁਰ ਜਾਓਗੇ। ਹੋ ਸਕਦਾ ਬਘਿਆੜ ਬਣ ਜਾਓ, ਹੋ ਸਕਦਾ ਖਰਗੋਸ਼ ਬਣ ਜਾਓ, ਹੋ ਸਕਦਾ ਸ਼ੇਰ ਬਣ ਜਾਓ, ਹੋ ਸਕਦਾ ਗਊ ਬਣ ਜਾਓ, ਹੋ ਸਕਦਾ ਬੈਲ ਬਣ ਜਾਓ। ਬੈਲ ਦਾ ਜ਼ਿਕਰ ਤੇ ਬਾਣੀ 'ਚ ਪੜ੍ਹਦੇ ਹੋ, ਕੀਰਤਨ 'ਚ ਆਪਣੇ ਪੜ੍ਹਿਆ ਹੋਣਾ, ਹਰ ਬਿਨ ਬੈਲ ਬਿਰਾਨੇ ਹੋਈ ਹੈ, ਟੂਟੇ ਨਾਕਨ ਪੁੱਟੇ ਕਾਦਨ ਕੋਦੋਂ ਕੋ ਪਸ ਖਾਈਐ, ਸਾਰੋ ਦਿਨ ਡੋਲਤ ਬਨ ਮਹੀਆ ਅਜਹੁ ਨਾ ਪੇਟ ਅਗਾਈ ਹੈ। ਪਤਾ ਕਿਉਂ, ਜਨ ਭਗਤਨ ਕੋ ਕਹਿਓ ਨਾ ਮਾਨੋ ਕੀਓ ਆਪਣੋ ਪਈ ਹੈ। ਸਰੀਰ ਦੀ ਸਫਲਤਾ ਇਹਦੇ ਵਿੱਚ ਹੈ ਕਿ ਤੂੰ ਸੇਵਾ ਕਰ, ਤੇ ਇਹ ਸਫਲਤਾ ਇਹਦੇ ਵਿੱਚ ਹੈ ਕਿ ਆਪਣੇ ਜੀਵਾਤਮ ਨੂੰ ਗੁਰੂ ਚਰਨਾਂ ਤੱਕ ਪਹੁੰਚਾ। शरीर की सफलता जो रोज पढ़ती हुई, शरीरा मेरिया इस जग में आए के क्या तुद कर्म कमाया, के कर्म कमाया तुद शरीरा, जहाँ तू जग में आया, जिन हर तेरा रचन रचिया, सो हर मन ना वसाया। शरीर दे विच मन है ना, जिन्हों असीं तन दे विच मन कहने आ, की तू वरत के मन दे विच परमात्मा नूं वसा लिया, जे वसा लिया तो तेरी यात्रा मुकम्मल है। अज कहन लगे किदां करिए, कहन लगे सुनो, मिल सतगुरु जी, शरीर करके ही गुरु संगत विच आ सकता है ना, शरीर करके ही बाणी भजन कीर्तन कर सकता है, सुन सकता है, पढ़ सकता है, गा सकता है, सुना सकता है, सुन सकता है, ये सारा कुछ शरीर करके है ना। शायद इसे करके भी ਸਾਨੂੰ ਦੱਸਿਆ कि जदों तक शरीर विच बल है, चेतनता है, उदों तक कर लै। हो सकता कल तेनों समझ आ जाए, समझ ते आ जाए, पर तेरा शरीर साथ ना दे रहा कि फिर की करेगा। बड़ा प्यारा बच्चन आपने पढ़े होना, जब लग जरा रोग नहीं आया, जब लग काल ग्रसी नहीं काया, जब लग बिकल भई नहीं बानी, भजले रे मन सारंग पानी। कल नूं हो सकता कन कम ना करन, डॉक्टर जवाब दे देवे। हो सकता असीं वेखिया हस्पतालों 'च रह के एक वक्त आंदा डॉक्टर कहंदे ना भाई हुण ते मशीन भी काम नहीं करेगी, एक वक्त आंदा डॉक्टर कहंदा ना भाई हुण ते अखां नहीं काम करदियां। संसार के लोग कहंदे जी अखां बदल दिओ, कहण लगे नहीं अख नहीं बदली जाती, असीं बाहरली पुतली बदल सकते हाँ, पर पिछे निगाह ही खत्म हो गई है, पुतलियां 10 बदल दिओ कोई फर्क नहीं पैना। महाराज के रूदा कंठ नैन हो नीर बहे तन खीना, भय केश दुदवानी,
रूह दा कंठ शब्द नहीं उतरे, अब क्या करे प्राणी। हुण की करेगा? बोलना चाहेगा, वाहिगुरु बोल नहीं पा रहा। उठना चाह रहा, उठिया नहीं जा रहा। बैठना चाह रहा, बैठिया नहीं जा रहा। वो भाई जब तक शरीर कामयाब है, उठ सकते हैं, बैठ सकते हैं, बोल सकते हैं, सुन सकते हैं, उदों तक जप जपदा रहा कर। आप ऐसा बड़े प्यार ना कदे कदे कहना, जिस तरह संगत बैठी कहना बोलो वाहिगुरु, सारे कहना वाहिगुरु, कहना फिर बोलो वाहिगुरु, किते असीं बोल के देखिए, बोल सकते हैं। सारा कहना वाहिगुरु, कहना कि बोल सकते हो, बोलो जरा वाहिगुरु, बोल सकते, बोलिया करो, भला होएगा। वाहिगुरु बोलण दे नाल ही भला होएगा। बस बोलते रहिए। महाराज कहते ने उठत बैठत सोवत तिहाइए की करते रहिए, वाहिगुरु बोलते रहिए। मिल सतगुरु जी, क्या कीता सतगुरु? मंगल गाया राम। मंगल का भाव खुशी, वो शब्द गाना जिस आनंद मिलता है। तो शब्द किहड़ा है? गुरबाणी है। वो शब्द गुरु का शब्द है जिसते नाल मंगल पैदा होता है। मंगल का मतलब होता आनंद, खुशियाँ, खेड़ा, जिथे गमी ना होवे, जिस विच गमी का प्रवेश नहीं, दा मंगल गीत कहते हैं। तो सब तो उत्तम मंगल गीत गुरबाणी है, जो सानू इन्हां खुशियां ते गमियां तो उच्चा उठा के ले जाती है। फिर की किया? क्योंकि हर गाए मंगल राम नामा, व्याख्या भी आपे कर दी भाई। हर गाए वाहिगुरु जी दे शब्द नू, वाहिगुरु जी नू गा, ये मंगल है। तो भाई ये रामनामा है, वाहिगुरु जी का नाम है। इस करके हर नाम नू ही गा, हर नाम नू ही पढ़। लिख नाम सलाह लिख, लिख अंत न पारावार। बाबा ये लेखा लिख जान, जिथे लेखा मंगी है तिथे होए सच्चा निशान। जे शरीर करके तू गाया है, असी कहने ना जे रसना करके गाया जे रसना सफल है। जे कन्ना करके सुनिया जे ते कन सफल ने। वो गाथावां ते असीं बड़ी बार शौक ते स्वाद ना रस लैके सुनते हाँ। अखी जी बघियाड़ ने मुरदार नहीं खादा। साधु नूं पुछया क्यों? कहने लगे देखिया नहीं, इन्हें मुरदार दे मुरदे की परिक्रमा की, ये सिर कन नक मूँह सूंघे, हथ पैर सूंघे। कहने लगा बाबा ये सारे पशु इदा करते? कहने लगे नहीं, पशु तो करते ने, पर इसने देखिया किते पैरों के थी चल के संगत विच गया। जे पैरों थी चल के संगत गया तो शायद सतसंगत की कोई खुशबू चों आए, नहीं गया। इन्हें हाथ सूंघे, इन्होंने हत्थां नाल किते कोई भला करतब कीता, किसी की सेवा, किसी नूं जल छकाया, पता लगा सूंघिया नहीं। इन्हें कदे राम राम बोले आ, ये मुख चों किते राम की सुगंध नहीं, कन्ना च किते राम सुनिया वो भी नहीं। इन नेत्रा ने किसी साधु के संगत के दर्शन ही किए नहीं। तो फिर कह लगे मुरदार भी खाने योग नहीं, बेकार चला जाएगा। अज कह लगे हर गाए मंगल राम नामा, किदां करिए? तो भाव किहो जिहा रखी? शरीर मिले है ना, शरीर करके पहलवान बन के राजे बन के बैठिए। हर सेव सेवक सेवकी, सेवकां दे सेवक बन के रहिए, दासां दा दास बन के रहिए, भाव च रहिए। शायद इसे करके सेवक भाव रहे तो सफलता मिलती है। जे इत्थे मलकीयत का भाव साडे च आ गया तो कुछ नहीं खट्टा। सी वेखे है ना, पिरथी चंद ने मलकीयत का भाव रख लिया। राज सियाणे ने, पढ़े लिखे ने, चेतन पुरख ने, पर गुरु रामदास के पुत्र होने के नाते मलकीयत का भाव आ गया कि अमृतसर तो साडा शहर है, साड़ी मलकीयत है, साडा हक है। पर चेता रखना इत्थे मलकीयत नहीं है, इत्थे किसी का हक नहीं है। इत्थे जिहड़ा भी आवे वो सेवक भाव लेके आवे। जे भाव सेवक वाला होएगा तो कुछ प्राप्ति आउणगियां। फिर की करिए? कहना कि जिहड़ा सेवक भाव रख लैंदा है, गुरु के मंगल गीत शब्द गा लैंदा है, फिर उन्होंने प्राप्ति की होंदी। प्रभ जाए पावै रंग महली। शरीर करके एक दिन मुक ही जाना है, शरीर ने तो अपना काम पूरा कर जाना है। इत्थों जन्म तो लैके तुरिया है जी, किते मौत के मुकाम ते शरीर ने साथ छड्ड देना है, अगे असां जाना है। तो जिन्हां ने सतसंगत कर लई, शब्द सुन लिया, गा लिया, पढ़ लिया, प्राप्त कर लिया, कोई शरीर रह जाएगा, वो अगे चले जाएंगे। तो शरीर इवें छुटेगा जिवें सप की कुंज उतर जाती है, सप अगे चला जाता है। असीं वेखिया ना, बजुर्गों ने तो वेखे होने, सप की कुंज लैंदी
ਕੁੰਜ ਜਿੱਥੇ ਲੈ ਜਾਂਦੀ ਹੈ ਸੱਪ ਅੱਗੇ ਚਲਾ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਚਲਦੇ ਚਲਦੇ ਸਰੀਰ ਇੱਥੇ ਹੀ ਰਹਿ ਜਾਏਗਾ, ਅਸੀਂ ਅੱਗੇ ਚਲੇ ਜਾਵਾਂਗੇ। ਸਰੀਰ ਨੂੰ ਪਰਿਵਾਰ ਦੇ ਜੀ ਸ਼ਮਸ਼ਾਨ ਘਾਟ ਲੈ ਜਾਣਗੇ, ਸਾਨੂੰ ਆ ਸਤਸੰਗੀ ਰੂਹਾਨੀ ਰੂਹਾਂ ਭਗਵਾਨ ਦੇ ਘਾਟ ਲੈ ਜਾਣਗੀਆਂ। ਇਸੇ ਕਰਕੇ ਗੁਰਮੁਖਾਂ ਦੀ ਸੰਗਤ ਕਰਨੀ ਕਿ ਗੁਰਮੁਖ ਇਹ ਛੱਡਦੇ ਨਹੀਂ, ਦੁਨੀਆ ਦੇ ਮਿੱਤਰ ਤਾਂ ਸ਼ਮਸ਼ਾਨ ਘਾਟ ਤੱਕ ਲੈ ਜਾਣਗੇ। ਇਸੇ ਕਰਕੇ ਮਹਾਰਾਜ ਦਾ ਬਚਨ ਹੈ ਨਾ, ਕੱਚੜਿਆਂ ਸੰਤੋੜ ਢੂੰਡ ਸੱਜਣ ਸੰਤ ਪੱਕਿਆਂ, ਕੋਈ ਜੀਵਨ ਦੇ ਵਿਛੜ ਹੈ ਕੋਈ ਮੋਇਆ ਨਾ ਜਾਹੀ ਛੋੜ। ਤੇਰਾ ਸਰੀਰ ਛੁੱਟ ਜਾਏਗਾ ਪਰ ਗੁਰਮੁਖ ਬਾਹ ਨਹੀਂ ਛੱਡੇਗਾ, ਉਹ ਸਤਸੰਗਤ ਦੇ ਸਦਕੇ ਗੁਰੂ ਕੇ ਚਰਨਾਂ ਤੱਕ ਲੈ ਜਾਏਗਾ। तो जो गुरु चरणों च पहुँच गया, प्रभ जाए पावे रंग महली, गुरु के महलों च उसनूं रंग माणन दा वक्त मिलता। हर रंग माणे रंग की, ते गुरु संगत दा आनंद, गुरु संगत दा रंग, जो असीं कहीए सचखंड दा आनंद। जो भाई साहब भाई गुरदास कहते ने, बड़े सत्कार नाल भाई साहब कहते ना, गुरमुख ने दरगाह जाके पिड़ मल्लिया, सच्ची दरगाह जाए सच्चा पिड़ मल्लिया। कहण लगे प्रभ जाए पावे रंग महली, हर रंग माणे रंग की। किदां बाबा की करिए? कहणगे गुण राम गाए, जिन्हां शरीर दे विच रहिंदिआं रब दे गुण गाए, मन सुभाए, ते जिन्हां नूं मन विच वाहिगुरू जी दे नाम वाहिगुरू जी दे गुण गाउणे चंगे लग गए, ਉਹ हर गुरमती मन ध्याया भाई। जिन्हां ने गुरु दी मत दे सदके मन करके प्रभु दा सिमरन कीता है, जप कीता है, ध्यान कीता है, जन नानक हर किरपा धारी। पातशाह कहण लगे भाई उन्हां जियां ते साडे ते प्रभु जी किरपा करदे ने, अपनी गल कर लैंदे ने भी सानू तां गुरु की किरपा दे सदके नाम जपना चंगा लगा, मन करके सिमरन करना चंगा लगा, ते हुण हर किरपा धारी। वाहिगुरू जी ने किरपा कीती, देह घोड़ी चढ़ सानू शरीर रूपी घोड़ी प्राप्त हुई। ये ते सवारी करदिआं हर पाया, असीं वाहिगुरू जी दर ते पहुँचे, ते दर ते शरीर रूपी घोड़ी ते छुट जाती है, तो जीव अगे चला जाता है। जिवें बाबा नानक जी ने कहा सी, लै पुरखा घोड़ी इत्थे बन दे छड्ड दे, ते आप अगे चला चल। असीं शरीर छुट जाए, असीं अगां गुरु के चरणों च पहुँच जाइए। इतने को बचन प्रवान करना, भुल चुक दी खिमा, आसीस अते प्यार देने फतेह बुलावना। वाहिगुरू जी का खालसा, वाहिगुरू जी की फतेह।